ਵੀਜ਼ਾ ਪਾਲਿਸੀ ਆਸਾਨ ਹੋਣ ਦੇ ਉੱਤੇ ਬਹੁਤ ਸਾਰੇ ਯੂਕਰੇਨੀ ਉਹ ਆ ਸਕਦੇ ਨੇ ਕੈਨੇਡਾ। ਕਈਆਂ ਰਿਪੋਰਟਾਂ ਦੇ ਵਿੱਚ ਯੂਕਰੇਨੀ ਕਰ ਰਹੇ ਨੇ ਇਸ ਚੀਜ਼ ਦਾ ਇੰਤਜ਼ਾਰ ਕਿ ਕਦੋਂ ਉਹਨਾਂ ਦੇ ਵੀਜ਼ੇ ਲੱਗਣ ਤੇ ਕਦੋਂ ਉਹ ਕੈਨੇਡਾ ਆਉਣ, ਕਿਉਂਕਿ ਯੂਕਰੇਨ ਦੇ ਵਿੱਚ ਰਿਫਿਊਜ਼ੀਆਂ ਦਾ ਕਈ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਵੀ ਲਾਂਚ ਕੀਤੇ ਗਏ ਸੀ ਤੇ ਕਿਹਾ ਜਾ ਰਿਹਾ ਸੀ ਕਿ ਵੱਧ ਤੋਂ ਵੱਧ ਉਹਨਾਂ ਲੋਕਾਂ ਨੂੰ ਪਨਾਹ ਦਿੱਤੀ ਜਾਏਗੀ। ਪਰ ਕਈਆਂ ਨੇ ਰਿਪੋਰਟ ਕੀਤੀ ਹੈ ਕਿ ਉਹਨਾਂ ਦੇ ਬਾਇਓਮੈਟ੍ਰਿਕ ਤੱਕ ਹੋ ਚੁੱਕੇ ਨੇ ਪਰ ਉਹਨਾਂ ਨੂੰ ਵੀਜ਼ਾ ਜਿਹੜਾ ਉਹ ਨਹੀਂ ਮਿਲ ਰਿਹਾ। ਕਈਆਂ ਨੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਨੇ। ਕਈ ਅਜਿਹੇ ਲੋਕ ਨੇ ਜਿਹੜੇ ਅੱਜ ਵੀ ਏਅਰਪੋਰਟ ਤੇ ਖੜੇ ਇੰਤਜ਼ਾਰ ਕਰ ਰਹੇ ਨੇ ਕਿ ਕਿਹੜੀ ਘੜੀ ਉਹਨਾਂ ਦਾ ਵੀਜ਼ਾ ਲੱਗ ਜਾਏ ਤੇ ਉਹ ਕੈਨੇਡਾ ਆ ਸਕਣ। ਜੇਕਰ ਵੀਜ਼ਾ ਨੀਤੀ ਦੇ ਵਿੱਚ ਢਿੱਲ ਦਿੱਤੀ ਗਈ ਤਾਂ ਹੋਰ ਯੂਕਰੇਨੀ ਸ਼ਰਨਾਰਥੀ ਕੈਨੇਡਾ ਆ ਸਕਦੇ ਨੇ। ਔਰਿਸ ਬੋਚੋਕ ਨੂੰ ਪਤਾ ਹੈ ਕਿ ਯੂਕਰੇਨੀ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ ਦੀ ਪ੍ਰਕਿਰਿਆ ਕਿੰਨੀ ਨਿਰਾਸ਼ਾਜਨਕ ਤੇ ਹੌਲੀ ਹੋ ਗਈ ਹੈ। ਬੋਚੋਕ ਨੇ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਦੀ ਅਲਬਰਟਾ ਪ੍ਰੋਵਿੰਸ਼ੀਅਲ ਕੌਂਸਲ ਦੇ ਪ੍ਰਧਾਨ ਹੈ। ਉਹਨਾਂ ਕਿਹਾ ਕਿ ਉਸਦੇ ਚਚੇਰੀ ਭੈਣ ਆਲੀਆ ਆਪਣੇ 2 ਪੁੱਤਰਾਂ ਦੇ ਨਾਲ ਯੂਕਰੇਨ ਤੋਂ ਕੈਨੇਡਾ ਆਉਣ ਦੀ ਉਡੀਕ ਕਰ ਰਹੀ ਹੈ, ਪਰ ਇਹ ਪ੍ਰਕਿਰਿਆ ਠੱਪ ਹੋ ਗਈ ਜਾਪਦੀ ਹੈ। ਬੋਚੋਕ ਨੇ ਦੱਸਿਆ ਕਿ ਉਸਦੀ ਬਾਇਓਮੈਟ੍ਰਿਕਸ 5 ਜੁਲਾਈ ਨੂੰ ਪੂਰੀ ਹੋਈ ਸੀ ਤੇ ਅਜੇ ਤੱਕ ਵੀਜ਼ਾ ਪ੍ਰਕਿਰਿਆ ਪ੍ਰਾਪਤ ਨਹੀਂ ਹੋਈ। ਪਹਿਲਾਂ ਇਸ ਦੇ ਵਿੱਚ 1 ਹਫ਼ਤੇ ਤੋਂ 2 ਹਫ਼ਤੇ ਲੱਗਦੇ ਸਨ ਤੇ ਹੁਣ ਅਸੀਂ 1.5 ਮਹੀਨੇ ਵਿੱਚ ਚੱਲ ਰਹੇ ਹਾਂ। ਪ੍ਰਕਿਰਿਆ ਹੌਲੀ ਹੁੰਦੀ ਨਜ਼ਰ ਆ ਰਹੀ ਹੈ। ਲੋਕ ਬੇਸਬਰੀ ਦੇ ਨਾਲ ਕਾਰਵਾਈ ਹੋਣ ਦੀ ਉਡੀਕ ਕਰ ਰਹੇ ਨੇ। ਉਹਨਾਂ ਕਿਹਾ, ਮੈਂ ਜਾਣਦੀ ਹਾਂ ਕਿ ਸਾਡੇ ਕੋਲ ਅਜਿਹੇ ਕੇਸ ਨੇ ਜਿੱਥੇ ਲੋਕ ਅਪ੍ਰੈਲ ਮਈ ਦੇ ਵੀਜ਼ੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਜੇ ਵੀ ਵੀਜ਼ਾ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਬੋਚਕ ਦੀਆਂ ਟਿੱਪਣੀਆਂ ਯੂਕਰੇਨੀ ਸ਼ਰਨਾਰਥੀ ਦੇ ਦਾਖਲੇ ਨੂੰ ਤੇਜ਼ ਕਰਨ ਦੇ ਲਈ ਕੈਨੇਡਾ ਨੂੰ ਆਪਣੇ ਸੰਘੀ ਵੀਜ਼ਾ ਨਿਯਮਾਂ ਨੂੰ ਬਦਲਣ ਦੀ ਅਪੀਲ ਕਰਨ ਵਾਲੀ ਇੱਕ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਆਈਆਂ। ਯੂਨੀਵਰਸਿਟੀ ਆਫ ਕੈਲਗਰੀ ਦੇ ਸਕੂਲ ਆਫ ਪਬਲਿਕ ਪਾਲਿਸੀ ਦੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਨੇ ਪੂਰਬੀ ਯੂਰਪੀਅਨ ਦੇਸ਼ ਫਰਵਰੀ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਉਜਾੜੇ ਗਏ ਲੱਖਾਂ ਯੂਕਰੇਨੀਆਂ ਵਿੱਚੋਂ ਬਹੁਤ ਘੱਟ ਗਿਣਤੀ ਪ੍ਰਾਪਤ ਕੀਤੀ ਹੈ। ਰਾਈਟਰ ਰਾਬਰਟ ਨੇ ਕਿਹਾ ਹੈ ਕਿ ਯੂਕਰੇਨੀਆਂ ਦੁਆਰਾ ਅਰਜ਼ੀਆਂ ਕੈਨੇਡੀਅਨ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸੰਸਥਾਵਾਂ ਤੋਂ ਕਿਤੇ ਵੱਧ ਹੋਣੀਆਂ ਸ਼ੁਰੂ ਹੋ ਰਹੀਆਂ ਨੇ ਤੇ ਸਾਡੇ ਕੋਲ ਅਸਲ ਦੇ ਵਿੱਚ ਸਪਸ਼ਟ ਤਸਵੀਰ ਵੀ ਨਹੀਂ ਹੈ ਕਿ ਕਿੰਨੇ ਯੂਕਰੇਨੀਅਨ ਦੇਸ਼ ਵਿੱਚ ਆ ਰਹੇ ਨੇ। ਅੰਕੜੇ ਦਰਸਾਉਂਦੇ ਨੇ ਕਿ ਐਮਰਜੈਂਸੀ ਯਾਤਰਾ ਪ੍ਰੋਗਰਾਮ ਦੇ ਲਈ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ, ਜੋ ਕਿ ਯੂਕਰੇਨੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਵੀਜ਼ਾ ਤੇ ਅਸਥਾਈ ਰਿਹਾਇਸ਼ੀ ਪਰਮਿਟਾਂ ਨੂੰ ਤੇਜ਼ ਕਰਦਾ ਹੈ, ਕਾਫੀ ਨਹੀਂ ਹੈ। 22 ਜੂਨ ਤੱਕ ਕੈਨੇਡਾ ਆਉਣ ਦੇ ਲਈ ਲਗਭਗ 1,90,000 ਯੂਕਰੇਨੀ ਦੀਆਂ ਅਰਜ਼ੀਆਂ ਲੰਬਿਤ ਸਨ, ਜੋ ਲਗਭਗ 1 ਮਹੀਨਾ ਪਹਿਲਾਂ 1,40,000 ਤੋਂ ਵੱਧ ਸਨ। ਫਾਲਕੋਨਰ ਨੇ ਕਿਹਾ ਹੈ ਕਿ ਪ੍ਰੋਗਰਾਮ ਜਿਸ ਦੇ ਲਈ ਵੀਜ਼ਾ ਲੈਣ ਲਈ ਪਹੁੰਚਣ ਵਾਲਿਆਂ ਦੀ ਲੋੜ ਹੁੰਦੀ ਹੈ ਕੈਨੇਡਾ ਦੇ ਦੂਜੇ ਦੇਸ਼ਾਂ ਖਾਸ ਤੌਰ ਤੇ ਆਇਰਲੈਂਡ ਦੇ ਪਿੱਛੇ ਰਹਿਣ ਲਈ ਜ਼ਿੰਮੇਵਾਰ ਹੈ, ਜਿਸ ਨੇ ਇਸ ਦੀ ਵੀਜ਼ਾ ਜ਼ਰੂਰਤ ਨੂੰ ਮਾਫ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸੰਸਦ ਵਿੱਚ ਕਮੇਟੀ ਦੇ ਅੰਦਰ ਇੱਕ ਇਤਰਾਜ਼ ਇਹ ਸੀ ਕਿ ਜੇਕਰ ਅਸੀਂ ਯੂਕਰੇਨੀਆਂ ਨੂੰ ਅੰਦਰ ਆਉਣ ਦਿੰਦੇ ਹਾਂ ਤਾਂ ਰੂਸੀ ਜਾਸੂਸ ਸਿਸਟਮ ਦੇ ਵਿੱਚ ਘੁਸਪੈਠ ਕਰਨ ਲਈ ਇਸ ਦੀ ਵਰਤੋਂ ਕਰਨਗੇ। ਫਾਲਕਨਰ ਨੇ ਕਿਹਾ ਕਿ ਸੰਘੀ ਕਾਨੂੰਨ ਲਾਗੂ ਕਰਨ ਵਾਲਿਆਂ ਤੇ ਖੂਫੀਆ ਏਜੰਸੀਆਂ ਉਚਿਤ ਸਰੋਤਾਂ ਨਾਲ ਵੀਜ਼ਾ ਪ੍ਰਕਿਰਿਆ ਨੂੰ ਸ਼ਾਮਿਲ ਕਰਨ ਵਾਲੇ ਸੁਰੱਖਿਆ ਜੋਖਮਾਂ ਦਾ ਪ੍ਰਬੰਧਨ ਕਰਨ ਦੇ ਯੋਗ ਹੋਣਗੇ। ਉਹ ਕੈਨੇਡਾ ਨੂੰ ਆਇਰਿਸ਼ ਮਾਡਲ ਜਾਂ ਫਿਰ ਲੋਕਾਂ ਦੇ ਪਹੁੰਚਣ ਤੇ ਵੀਜ਼ਾ ਜਾਂਚ ਕਰਨਾ ਦਾ ਕੋਈ ਹੋਰ ਵਿਕਲਪ ਅਪਣਾਉਣ ਦੀ ਸਿਫਾਰਿਸ਼ ਕਰਦੇ ਨੇ। ਉਹਨਾਂ ਕਿਹਾ ਕਿ ਜੇ ਆਇਰਿਸ਼ ਮਾਡਲ ਨਹੀਂ ਅਪਣਾ ਸਕਦੇ ਤਾਂ ਔਨ ਅਰਾਈਵਲ ਵੀਜ਼ਾ ਮਾਡਲ ਅਪਣਾਇਆ ਜਾ ਸਕਦਾ ਹੈ। ਬਹੁਤ ਸਾਰੇ ਦੇਸ਼ ਜਿਵੇਂ ਕੀ ਕਰਦੇ ਨੇ, ਜਦੋਂ ਤੁਸੀਂ ਹਵਾਈ ਅੱਡੇ ਤੇ ਪਹੁੰਚਦੇ ਹੋ ਤਾਂ ਤੁਹਾਨੂੰ ਥੋੜੇ ਸਮੇਂ ਲਈ ਉਡੀਕ ਕਰਨੀ ਪੈਂਦੀ ਹੈ ਜਦੋਂ ਕਿ ਸਰਕਾਰੀ ਅਧਿਕਾਰੀ ਸੁਰੱਖਿਆ ਜਾਂਚ ਚਲਾਉਂਦੇ ਨੇ। ਫਾਲਕੋਨਰ ਨੇ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਯੂਕਰੇਨੀ ਸ਼ਰਨਾਰਥੀਆਂ ਨੂੰ ਲਿਆਉਣ ਦਾ ਸਮਰਥਨ ਕਰਦੇ ਨੇ ਤੇ ਸਾਡੇ ਦੇਸ਼ ਵਿੱਚ ਯੂਕਰੇਨ ਤੇ ਰੂਸ ਤੋਂ ਬਾਅਦ ਯੂਕਰੇਨੀ ਮੂਲ ਦੇ ਲੋਕਾਂ ਦੀ ਸਭ ਤੋਂ ਵੱਧ ਫੀਸਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਯੂਕਰੇਨੀ ਸ਼ਰਨਾਰਥੀਆਂ ਦੇ ਦਾਖਲੇ ਲਈ ਸਮਾਨ ਪ੍ਰਕਿਰਿਆਵਾਂ ਹਨ ਤੇ ਗਿਣਤੀ ਤੁਲਨਾਤਮਕ ਹੈ, ਜੋ ਕਹਿੰਦੇ ਨੇ ਕਿ ਹਮਲੇ ਦੇ ਪਹਿਲੇ 2 ਮਹੀਨਿਆਂ ਦੌਰਾਨ ਯੂਨਾਈਟਿਡ ਕਿੰਗਡਮ ਦੇ ਮੁਕਾਬਲੇ ਆਇਰਲੈਂਡ ਵਿੱਚ ਪ੍ਰਤੀ ਵਿਅਕਤੀ ਯੂਕਰੇਨੀ ਸ਼ਰਨਾਰਥੀਆਂ ਦੀ ਗਿਣਤੀ 13 ਗੁਣਾ ਵੱਧ ਹੈ। ਬੋਚਕ ਨੇ ਕੈਲਗਰੀ ਯੂਨੀਵਰਸਿਟੀ ਦੀ ਰਿਪੋਰਟ ਨਹੀਂ ਦੇਖੀ ਪਰ ਕਿਹਾ ਕਿ ਦੇਰੀ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ਇਹ ਉਹ ਲੋਕ ਨਹੀਂ ਹੈ ਜੋ ਬਿਨਾਂ ਸਹਾਇਤਾ ਨੈਟਵਰਕ ਦੇ ਇੱਥੇ ਆ ਰਹੇ ਨੇ। ਉਹਨਾਂ ਕਿਹਾ ਕਿ ਰਿਪੋਰਟ ਦੇ ਨਤੀਜੇ ਸੰਘੀ ਸਰਕਾਰ ਨੂੰ ਭੇਜੇ ਜਾਣਗੇ ਪਰ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਇਸ ਦੇ ਨਾਲ ਜ਼ਰੂਰਤਾਂ ਨੂੰ ਢਿੱਲਾ ਕੀਤਾ ਜਾਏਗਾ ਜਾਂ ਨਹੀਂ। ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।